ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੇ ਮੌਕੇ ਦੇ ਉੱਤੇ ਵਿਸ਼ੇਸ਼ ਦੇਸ਼ ਪ੍ਰਦੇਸ਼ ਪ੍ਰੋਗਰਾਮ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਬਲਜਿੰਦਰ ਸਿੰਘ ਅਟਵਾਲ ਵੱਲੋਂ ਸਤਿ ਸ੍ਰੀ ਅਕਾਲ। ਆਪ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਦੀਆਂ ਸਾਰੇ ਹੀ ਦਰਸ਼ਕਾਂ ਨੂੰ ਲੱਖ ਲੱਖ ਵਧਾਈਆਂ ਹੋਣ। ਇਸ ਮੌਕੇ ਦੇ ਉੱਤੇ ਨਗਰ ਕੀਰਤਨ ਵੈਨਕੂਵਰ ਦੇ ਵਿੱਚ ਇਸ ਵੀਕਐਂਡ ਤੇ 15 ਤਰੀਕ ਨੂੰ ਹੋ ਰਹੇ ਹਨ ਤੇ ਅਗਲੇ ਹਫਤੇ 22 ਤਰੀਕ ਨੂੰ ਸਰੀ ਦੇ ਵਿੱਚ ਰੌਣਕਾਂ ਲੱਗਣਗੀਆਂ ਔਰ ਰੈੱਡ ਐਫਐਮ ਵੱਲੋਂ ਸਰੀ ਵਾਲੇ ਨਗਰ ਕੀਰਤਨ ਦੀ ਸਟੇਜ ਦੇ ਉੱਤੋਂ ਇੱਕ ਡਰਾ ਵੀ ਕੱਢਿਆ ਜਾਂਦਾ ਹੈ। ਬ੍ਰੈਂਡ ਨਿਊ SUV ਸਾਡੇ ਰੈੱਡ ਐਫਐਮ ਦੇ ਸਰੋਤਿਆਂ ਦੇ ਵਿੱਚੋਂ ਕਿਸੇ ਨਾ ਕਿਸੇ ਨੇ ਐਤਕੀ ਜਿੱਤਣਾ ਹੈ। ਤੁਸੀਂ ਅਜੇ ਵੀ ਉਸ ਦੇ ਵਿੱਚ ਸ਼ਾਮਲ ਹੋ ਸਕਦੇ ਹੋ, ਜਿਸ ਦੇ ਵਾਸਤੇ ਜਾਣਕਾਰੀ ਲਈ ਤੁਸੀਂ redfm.ca ਵਿਜ਼ਿਟ ਕਰ ਸਕਦੇ ਹੋ। ਤੇ ਲਓ ਫਿਰ ਵਿਸਾਖੀ ਦੇ ਮੌਕੇ ਤੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਸਾਡਾ ਅੱਜ ਦਾ ਵਿਸ਼ੇਸ਼ ਦੇਸ਼ ਪ੍ਰਦੇਸ਼ ਪ੍ਰੋਗਰਾਮ ਤੁਹਾਡੇ ਵਾਸਤੇ ਹਾਜ਼ਰ ਹੈ। ਖਾਲਸੇ ਦੀ ਸਿਰਜਣਾ ਬਾਰੇ ਅੱਜ ਗੱਲਬਾਤ ਹੋਏਗੀ। ਸਾਡੇ ਨਾਲ ਸਰਬਜੀਤ ਧੁੰਦਾ ਜੀ ਆਏ ਹੋਏ ਨੇ, ਜਿਹੜੇ ਸਿੱਖ ਧਰਮ ਦੇ ਲੌਜੀਕਲ ਪ੍ਰਚਾਰਕ ਹਨ। ਸਿਰਫ ਪੰਜਾਬ ਦੇ ਵਿੱਚ ਹੀ ਨਹੀਂ, ਪੰਜਾਬ ਤੋਂ ਬਾਹਰ ਜਾ ਕੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੀ ਨਹੀਂ ਕੀਤਾ, ਸਗੋਂ ਸਿੱਖੀ ਨੂੰ ਲੋਕਾਂ ਦੇ ਮਨਾਂ ਵਿੱਚ ਪੱਕੇ ਤੌਰ ਤੇ ਸੀਮੈਂਟ ਕਰ ਦਿੱਤਾ ਹੈ। ਸੋ ਕਿਉਂਕਿ ਹੁਣ ਤੱਕ ਜਿਹੜਾ ਸੁਨੇਹਾ ਸੀ ਉਹ ਵੱਖਰੇ ਤਰੀਕੇ ਨਾਲ ਪਹੁੰਚਦਾ ਰਿਹਾ, ਤੋਤੇ ਕਹਾਣੀਆਂ ਦੇ ਰੂਪ ਵਿੱਚ ਪਹੁੰਚਦਾ ਰਿਹਾ। ਅੱਜ ਉਹਨਾਂ ਨਾਲ ਗੱਲਬਾਤ ਚੱਲੇਗੀ ਖਾਲਸੇ ਦੀ ਸਿਰਜਣਾ ਬਾਰੇ, ਸਿੱਖ ਦੀ ਪਰਿਭਾਸ਼ਾ ਬਾਰੇ, ਅਤੇ ਗੱਲਬਾਤ ਇਹ ਚੱਲੇਗੀ ਕਿ ਰੀਅਲੀ ਜਿਹਨੂੰ ਅਸੀਂ ਕਹਿੰਦੇ ਹਾਂ ਅੰਮ੍ਰਿਤ ਛਕਣ ਦੀ ਪ੍ਰਥਾ ਹੈ, ਅੰਮ੍ਰਿਤ ਛਕ ਕੇ ਜਿਹੜੇ ਸਿੱਖ ਬਣੇ ਨੇ ਕਿੰਨੀ ਕਿਸਮ ਦੇ, ਕਿੰਨੀ ਪ੍ਰਕਾਰ ਦੇ ਅੰਮ੍ਰਿਤ ਹੋ ਗਏ ਨੇ। ਜੀ ਆਇਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤਾਂ ਸਾਹਿਬ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਜਿਹੜੀ ਖਾਲਸੇ ਦੀ ਸਿਰਜਣਾ ਹੈ, ਹਾਂਜੀ, ਜਿਸ ਵਕਤ ਹੋਈ ਹੈ, ਹਾਂਜੀ, ਉਸ ਵਕਤ ਕੀ ਮਾਹੌਲ ਸੀ ਤੇ ਇਸ ਦੀ ਕੀ ਜ਼ਰੂਰਤ ਸੀ? ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜੇ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਵੇਖੀਏ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਮਨੁੱਖ ਦੀ ਘਾੜਤ ਕੱਢੀ ਹੈ ਜਿਹੜਾ ਮਨੁੱਖ ਸੰਸਾਰ ਤੇ ਸਮਾਜਿਕ ਪੱਖੋਂ ਤੇ ਰਾਜਨੀਤਿਕ ਪੱਖੋਂ ਹਰ ਪੱਖੋਂ ਮਜ਼ਬੂਤ ਹੋਵੇ। ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਦੀ ਉਹ ਸੋਚ ਨੂੰ ਵੇਖਿਆ ਕਿ ਜਿਹਨੇ ਲੋਕਾਂ ਵਿੱਚ ਵਰਨ ਵੰਡ ਪੈਦਾ ਕਰ ਦਿੱਤੀ। ਬ੍ਰਾਹਮਣ ਵੱਖਰਾ ਹੋ ਗਿਆ, ਖੱਤਰੀ ਵੱਖਰਾ ਹੋ ਗਿਆ, ਵੈਸ਼ ਨੂੰ ਵੱਖਰਾ ਕਰਤਾ। ਸ਼ੂਦਰ ਇੱਕ ਐਸਾ ਵਿਅਕਤੀ ਸੀ ਜਿਹਨੂੰ ਕੋਈ ਵੀ ਧਾਰਮਿਕ ਸੰਸਕਾਰ ਕਰਨ ਦੀ ਕੋਈ ਆਗਿਆ ਨਹੀਂ ਸੀ, ਉਹਦੇ ਵਿੱਚ ਹੀ ਉਹਨੇ ਔਰਤ ਨੂੰ ਲਿਆ ਕੇ ਖੜਾ ਕਰ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਲਗਾਤਾਰ ਇਹ 10ਵੇਂ ਜਾਮੇ ਤੱਕ ਲਗਾਤਾਰ ਇਸ 9 ਜਾਮਿਆਂ ਨੂੰ ਧਾਰਨ ਕਰਕੇ ਵਿਚਾਰ ਲੋਕਾਂ ਵਿੱਚ ਪੱਕੇ ਕੀਤੇ, ਲੋਕਾਂ ਦੇ ਅੰਦਰ ਖਿਆਲ ਚੰਗੇ ਪੈਦਾ ਕੀਤੇ, ਲੋਕਾਂ ਨੂੰ ਉਹਨਾਂ ਦੇ ਹੱਕਾਂ ਦੀ ਗੱਲ ਜਿਹੜੀ ਆ ਸਿਖਾਈ ਗਈ। ਜਿਵੇਂ ਆਪਾਂ ਬਾਣੀ 'ਚੋਂ ਪੜ੍ਹਦੇ ਹਾਂ ਆਮ ਕਰਕੇ, ਤੇ ਅੱਜ ਨਾਮ ਦੀ ਡੈਫੀਨੇਸ਼ਨ ਵੀ ਵਿਗਾੜ ਦਿੱਤੀ ਗਈ ਆ। ਜਿਹੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨਾਮ ਦੀ ਪਰਿਭਾਸ਼ਾ ਦਿੱਤੀ ਸੀ ਉਹ ਇਹੀ, ਆਖਣੇ ਔਖਾ ਸਾਚਾ ਨਾਮ। ਉਹ ਕਿਹੜਾ ਨਾਮ ਹੈ ਜਿਹੜਾ ਆਖਣਾ ਔਖਾ ਵਾ? ਭਾਵ ਅਸੂਲਾਂ ਦੀ ਗੱਲ, ਸਿਧਾਂਤ ਦੀ ਗੱਲ। ਜਿਵੇਂ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕਿਹੜੀ ਬਿਖਮ ਮਾਰਗ ਚੱਲਣਾ। ਉਹ ਕਿਹੜੀ ਚਾਲ ਆ ਜਿਹੜੀ ਚਾਲ ਤੇ ਚੱਲਣਾ ਔਖਾ ਵਾ? ਉਹ ਹੈ ਲੱਭ, ਲੋਭ, ਅਹੰਕਾਰ, ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਭਾਵ ਬੁਰੀਆਂ ਆਦਤਾਂ ਨੂੰ ਛੱਡ ਕੇ ਤੇ ਚੰਗੀਆਂ ਆਦਤਾਂ ਆਪਣੇ ਜੀਵਨ ਦੇ ਵਿੱਚ ਧਾਰਨ ਕਰਨੀਆਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਲਗਾਤਾਰ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਇਹ ਵਿਚਾਰ ਚਰਚਾ ਚੱਲਦੀ ਰਹੀ। ਜਿਹੜੀ ਸਾਡੇ ਕੁਝ ਢਾਡੀਆਂ ਵੱਲੋਂ ਲਗਾਤਾਰ ਇਹ ਗੱਲਾਂ ਪ੍ਰਚਾਰੀਆਂ ਗਈਆਂ ਵੀ ਖਾਲਸੇ ਦੀ ਪਹਿਚਾਣ ਨਹੀਂ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਜਿਹੜਾ ਵਾ ਦਿੱਲੀ ਦੀ ਧਰਤੀ ਤੇ ਉਹਨਾਂ ਦੇ ਧੜ ਨੂੰ ਅਲੱਗ ਕੀਤਾ ਗਿਆ, ਗੁਰੂ ਸਾਹਿਬ ਨੇ ਪੁੱਛਿਆ ਵੀ ਉਸ ਵਕਤ ਕਿਹੋ ਜਿਹਾ ਮਾਹੌਲ ਸੀ, ਤੇ ਬੜਾ ਲੰਬਾ ਸਮਾਂ ਇਹ ਪ੍ਰਚਾਰ ਕੀਤਾ ਗਿਆ ਜੀ ਉੱਥੇ ਸਿੱਖਾਂ ਦੀ ਕੋਈ ਪਹਿਚਾਣ ਨਹੀਂ ਸੀ। ਹੈਰਾਨੀ ਦੀ ਗੱਲ ਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਸ ਤੋਂ ਪਹਿਲਾਂ 4 ਜੰਗਾਂ ਲੜ ਚੁੱਕੇ ਆ ਤੇ 4 ਜੰਗਾਂ ਵਿੱਚੋਂ ਜਿੱਤ ਵੀ ਪ੍ਰਾਪਤ ਕਰ ਚੁੱਕੇ ਆ। ਗੁਰੂ ਪਾਤਸ਼ਾਹ ਨੇ ਸੰਪੂਰਨਤਾ ਦਿੱਤੀ ਆ, ਕਿਉਂਕਿ ਇੰਜ ਕਹਿ ਸਕਦੇ ਕਿ ਇਹ ਸਾਡਾ ਇੱਕ ਸਿੱਖੀ ਦੇ ਵਿੱਚ ਪ੍ਰਵੇਸ਼ ਕਰਨ ਦਾ ਤਰੀਕਾ ਸੀ। ਇਹਦੇ ਨਾਲ ਇੱਕ ਗੱਲ ਮੈਂ ਹੋਰ ਕਲੀਅਰ ਕਰ ਦੇਣੀ ਚਾਹੁੰਦਾ। ਆਮ ਇੱਕ ਕਹਾਣੀ ਸਾਡੇ ਨਾਲ ਇਹ ਵੀ ਪਾਈ ਜਾਂਦੀ ਆ ਕਿ 9ਵੇਂ ਜਾਮੇ ਤੱਕ ਚਰਨਪੌਲ ਦੀ ਪ੍ਰਥਾ ਸਾਡੇ ਸਮਾਜ ਦੇ ਵਿੱਚ, ਗੁਰੂ ਪਾਤਸ਼ਾਹ ਸਿੱਖ ਬਣਾਉਣ ਲਈ ਚਰਨਪੌਲ ਜਿਹੜੀ ਸੀ ਉਹਦੀ ਪ੍ਰਥਾ ਚੱਲਦੀ ਸੀ। ਉਹ ਇੰਜ ਦੱਸਦੇ ਚਰਨਪੌਲ ਦੀ ਗੱਲ ਕਿ ਇੱਕ ਬਾਟਾ ਲੈਂਦੇ ਸੀ, ਗੁਰੂ ਪਾਤਸ਼ਾਹ ਆਪਣਾ ਅੰਗੂਠਾ ਉਸ ਬਾਟੇ ਵਿੱਚ ਪਾਉਂਦੇ ਸੀ ਤੇ ਜਿਹਨੂੰ ਸਿੱਖ ਬਣਾਉਣਾ ਸੀ ਉਹਨੂੰ ਉਹ ਥੋੜ੍ਹਾ ਜਿਹਾ ਪਿਆਉਂਦੇ ਸੀ। ਕਹਿੰਦੇ ਅੱਜ ਤੋਂ ਬਾਅਦ ਤੂੰ ਸਿੱਖ ਬਣ ਗਿਆ। ਸੰਗਤਾਂ ਸੋਚਣ ਥੋੜ੍ਹਾ ਜਿਹਾ ਕਿ ਇਹ ਕੰਮ ਹੀ ਬ੍ਰਾਹਮਣ ਕਰਦਾ ਸੀ ਕਿ ਕਿਸੇ ਬਾਟੇ ਦੇ ਵਿੱਚ ਜਾਂ ਉਹ ਕੰਨਾ ਮੰਨਾ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਜਾਂ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਸੀਆ। ਜੇ ਉਹ ਕੰਮ ਹੀ ਗੁਰੂ ਨਾਨਕ ਸਾਹਿਬ ਕਰ ਲਾ ਫਿਰ ਦੂਜਿਆਂ ਤੇ ਸਾਡੇ ਵਿੱਚ ਫਰਕ ਹੀ ਰਹਿ ਗਿਆ। ਸਵਾਏ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਤੇ ਵੀ ਸਾਨੂੰ ਇਹ ਚਰਨਪੌਲ ਦਾ ਜ਼ਿਕਰ ਨਹੀਂ ਮਿਲਦਾ। ਭਾਈ ਗੁਰਦਾਸ ਜੀ ਦੀ ਇੱਕ ਪੌੜੀ ਆ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਉਹ ਚਰਨਾਮ੍ਰਿਤ ਕਿਹੜਾ ਜਿਹੜਾ ਸਿੱਖਾਂ ਨੂੰ ਪਿਲਾਇਆ? ਬਾਣੀ ਵਿੱਚ ਚਰਨ ਲਫ਼ਜ਼ ਬਾਣੀ ਅਕਾਲ ਪੁਰਖ ਵਾਸਤੇ ਆਇਆ, ਜਾਂ ਗੁਰੂ ਦੇ ਸ਼ਬਦ ਵਾਸਤੇ ਆਇਆ, ਜਾਂ ਗੁਰੂ ਦੀ ਸਿੱਖਿਆ ਵਾਸਤੇ ਆਇਆ। ਭਾਵ ਗੁਰੂ ਦੀ ਸਿੱਖਿਆ ਦਾ ਚਰਨਾਮ੍ਰਿਤ ਸਿੱਖਾਂ ਨੂੰ ਪਿਲਾਇਆ, ਨਾ ਕਿ ਬਾਟੇ ਦੀ ਗੱਲ ਹੋ ਰਹੀ ਆ। ਕਿਉਂਕਿ ਗੁਰਬਾਣੀ ਵਿੱਚ ਇਹਨਾਂ ਪੈਰਾਂ ਦੀ ਗੱਲ ਬਿਲਕੁਲ ਨਹੀਂ ਹੈਗੀ। ਤਸ਼ਬੀਹ ਦਿੰਦੇ ਹੋ ਬਿਲਕੁਲ
ਗੁਰੂ ਪਾਤਸ਼ਾਹ ਨੇ ਸ਼ਬਦ ਦੀ ਗੱਲ ਕੀਤੀ ਹੈ ਵੀ ਚਰਨ ਧੋਏ, ਚਰਨ ਮੀਨਿੰਗ ਸ਼ਬਦ, ਧੋਏ ਮੀਨਿੰਗ ਸ਼ਬਦ ਦੀ ਵਿਚਾਰ, ਰਹਿ ਰਾਸ ਕਰ। ਹੁਣ ਰਹਿ ਰਾਸ ਦਾ ਅਰਥ ਵਾ ਰਸਤੇ ਦੀ ਰਾਸ ਪੂੰਜੀ, ਰਹਿ ਰਾਸ ਕਰ ਚਰਨਾ ਅੰਮ੍ਰਿਤ। ਅੰਮ੍ਰਿਤ ਦਾ ਅਰਥ ਹੈ ਮ੍ਰਿਤੂ, ਅੰਮ੍ਰਿਤ ਜਿਹੜਾ ਮ੍ਰਿਤੂ ਤੋਂ ਰਹਿਤ ਕਰਦਾ। ਉਹ ਕਿਹੜਾ ਅੰਮ੍ਰਿਤ ਜਿਹੜਾ ਮ੍ਰਿਤੂ ਤੋਂ ਰਹਿਤ ਕਰਦਾ? ਸ਼ਬਦ ਮਰੋ। ਸ਼ਬਦ ਸਾਨੂੰ ਜਿਹੜਾ ਵਾ ਉਹ ਬੁਰੀਆਂ ਆਦਤਾਂ ਸਾਡੇ ਅੰਦਰੋਂ ਮਾਰ ਕੇ ਸਾਨੂੰ ਨਵਾਂ ਜੀਵਨ ਦਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਭਾਵ ਸ਼ਬਦ ਦੀ ਵਿਚਾਰ ਜਿਹੜੀ ਸੀ ਉਹਦੇ ਨਾਲ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਗੁਰੂ ਪਾਤਸ਼ਾਹ ਨੇ ਇਸ ਬੰਨੇ ਤੋਰਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਸੰਪੂਰਨਤਾ ਦਿੱਤੀ। ਸਾਨੂੰ ਬਾਹਰੀ ਤੌਰ ਤੇ ਵੀ ਅੰਜਕਾਰੀ ਵਰਦੀ ਬਖਸ਼ਿਸ਼ ਕੀਤੀ ਤੇ ਸਾਨੂੰ ਇੱਕ ਵਿਚਾਰ ਦਿੱਤੀ। ਇਹ ਇੰਜ ਕਹਿ ਲਓ ਕਿ ਇਹ ਜਿਹੜੇ ਅੱਜ ਕਾਰ ਸਾਡੇ ਸਾਹਮਣੇ ਇੱਕ ਚਿੰਨ੍ਹਾਂ ਦੇ ਰੂਪ ਵਿੱਚ ਆ ਰਹੇ, ਇਹ ਚਿੰਨ੍ਹਾਂ ਦੇ ਰੂਪ ਵਿੱਚ ਨਹੀਂ ਸੀ, ਇਹਨਾਂ ਦਾ ਕੋਈ ਆਪਣੇ ਆਪ ਦੇ ਵਿੱਚ ਇੱਕ ਆਪਾਂ ਵੇਖੀਏ ਤੇ ਸਾਡੇ ਜੀਵਨ ਦੇ ਇੱਕ ਅੰਗ ਵੀ ਸਨ। ਜਿਵੇਂ ਕੰਘਾ ਵਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਘਰੋਂ ਤੁਰੇ ਹੋਣਗੇ ਤਾਂ ਸੁਭਾਵਕ ਕੇਸ ਵਾਹੁੰਦੇ ਹੋਣਗੇ, ਕੇਸ ਵਾਹੁਣ ਲਈ ਕੁਝ ਨਾ ਕੁਝ ਤੇ ਉਹਨਾਂ ਦੇ ਕੋਲ ਹੋਏਗਾ। ਦੂਜੀ ਗੱਲ, ਗੁਰੂ ਪਾਤਸ਼ਾਹ ਆਪਣੇ ਘਰੋਂ ਬਾਹਰ ਰਹੇ ਤੇ ਜਦੋਂ ਇਸ਼ਨਾਨ ਪਾਣੀ ਕਰਦੇ ਹੋਣਗੇ ਇਹਨਾਂ ਦੇ ਕੋਲ ਇਸ਼ਨਾਨ ਪਾਣੀ ਕਰਨ ਵਾਸਤੇ ਦੂਜੇ ਕਿਸੇ ਵਸਤਰ ਦੀ ਜਿਹੜੇ ਜ਼ਰੂਰ ਉਹਨਾਂ ਦੇ ਕੋਲ ਹੋਏਗਾ। ਇਹਦਾ ਮਤਲਬ ਉਸ ਵਕਤ ਤੇੜ ਪਾਉਣ ਲਈ ਕਸ਼ਹਿਰਾ ਇੱਦਾਂ ਦੀ ਕੋਈ ਨਾ ਕੋਈ ਚੀਜ਼ ਤੇ ਉਹਨਾਂ ਦੇ ਕੋਲ ਹੋਏਗੀ। ਫਿਰ ਗੁਰੂ ਪਾਤਸ਼ਾਹ ਦੇ ਕੋਲ ਸ਼ਸਤਰ ਵੀ ਹੈ, ਆਸਾ ਹੱਥ, ਕਿਤਾਬ ਕਾਸ਼, ਆਸਾ ਮੈਨੂੰ ਡੰਡਾ, ਉਹਨੂੰ ਆਪਾਂ ਡੰਡਾ ਕਹਿ ਲਈਏ, ਸ੍ਰੀ ਸਾਹਿਬ ਕਹਿ ਲਈਏ, ਸ਼ਸਤਰ ਗੁਰੂ ਪਾਤਸ਼ਾਹ ਦੇ ਕੋਲ ਆ। ਅੱਜ ਵੀ ਕੋਈ ਬੰਦਾ ਆਪਣੇ ਘਰੋਂ ਹਨੇਰੇ ਸਵੇਰੇ ਨਿਕਲਦਾ, ਕੁਝ ਨਾ ਕੁਝ ਉਹ ਆਪਣੇ ਹੱਥ ਵਿੱਚ ਹਥਿਆਰ ਲੈ ਕੇ ਨਿਕਲਦਾ। ਜਿਵੇਂ ਅੱਜ ਪਿੰਡਾਂ ਦੀ ਆਪਾਂ ਗੱਲ ਕਰਦੇ ਹਾਂ, ਇੱਕ ਬੰਦਾ ਪਿੰਡ 'ਚੋਂ ਆਪਣੇ ਘਰੋਂ ਖੇਤਾਂ ਨੂੰ ਜਾਂਦਾ ਤੇ ਉਹ ਸੁਭਾਵਕ ਗੱਲ ਆ, ਖੇਤਾਂ ਤੱਕ ਜਾਣ ਲਈ ਵੀ ਖਾਲੀ ਹੱਥ ਨਹੀਂ ਜਾਏਗਾ ਵੀ ਰਾਤ ਮੈਨੂੰ ਕੋਈ ਜਾਨਵਰ ਹੀ ਮਿਲ ਸਕਦਾ, ਕੋਈ ਬੰਦਾ ਹੀ ਮੇਰੇ ਤੇ ਹਮਲਾ ਕਰ ਸਕਦਾ, ਮੈਂ ਕਿਵੇਂ ਮੁਕਾਬਲਾ ਕਰਨਾ। ਤੇ ਜਿਹੜੇ ਗੁਰੂ ਪਾਤਸ਼ਾਹ ਭਾਈ ਮਰਦਾਨਾ ਜੀ ਵਰਗੇ ਯੋਧੇ ਨੂੰ ਨਾਲ ਲੈ ਕੇ ਨਿਕਲੇ ਹੋਣਗੇ ਕਿ ਉਹ ਖਾਲੀ ਹੱਥ ਹੋਣਗੇ? ਉਹਨਾਂ ਦੇ ਕੋਲ ਕੋਈ ਸ਼ਸਤਰ ਨਹੀਂ ਹੋਏਗਾ, ਬਕਾਇਦਾ ਉਹਨਾਂ ਦੇ ਕੋਲ ਕੋਈ ਸ਼ਸਤਰ ਵੀ ਹੋਏਗਾ, ਕੰਘਾ ਵੀ ਹੈਗਾ ਸੀ। ਸ੍ਰੀ ਸਾਹਿਬ ਵੀ ਇਤਿਹਾਸਕਾਰ ਤੇ ਵੀ ਦੱਸਦੇ ਕਿ ਪਟਨਾ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ੍ਰੀ ਸਾਹਿਬ ਵੀ ਪਈ ਹੋਈ ਆ। ਇਹਦਾ ਮਤਲਬ ਸ੍ਰੀ ਸਾਹਿਬ ਵੀ ਕੋਲ ਹੈਗੀ ਸੀ, ਕੰਘਾ ਵੀ ਹੈਗਾ ਸੀ ਤੇ ਕਸ਼ਹਿਰਾ ਵੀ ਉਹਨਾਂ ਦੇ ਕੋਲ ਹੈਗਾ ਸੀ। ਗੁਰੂ ਪਾਤਸ਼ਾਹ ਨੇ ਇਹਨੂੰ ਸੰਪੂਰਨਤਾ ਦਿੱਤੀ ਆ ਕਿ ਇੱਕ ਸਿੱਖੀ ਦੀ ਪਹਿਚਾਣ ਤੀ। ਜਿਵੇਂ ਭਾਈ ਸਤਿਗੁਰ ਦੀ ਬਾਣੀ 'ਚ ਲਿਖਿਆ ਵਾ ਕਿ ਵਿਸਾਖ ਭਲਾ ਸ਼ਾਖਾਂ ਵੇਸ ਕਰੇ। ਜਿਵੇਂ ਵਿਸਾਖ ਦੇ ਮਹੀਨੇ ਵਿੱਚ ਦਰਖਤਾਂ ਦੀਆਂ ਵੀ ਟਾਹਣੀਆਂ ਨਿਕਲ ਆਉਂਦੀਆਂ, ਪੱਤੇ ਨਿਕਲ ਆਉਂਦੇ ਨੇ, ਗੁਰੂ ਪਾਤਸ਼ਾਹ ਨੇ ਇਸ ਸਮੇਂ ਦੀ ਚੋਣ ਕਰਕੇ ਸਾਨੂੰ ਇੱਕ ਬਾਹਰੀ ਤੌਰ ਤੇ ਜਿਹੜੀ ਆ ਉਹ ਵਰਦੀ ਪਹਿਨਾਈ ਹੈ। ਸੋ ਖਾਲਸੇ ਦੀ ਸਿਰਜਣਾ ਤੁਸੀਂ ਸਮਝਦੇ ਹੋ ਕਿ ਪਹਿਲਾਂ ਹੀ ਹੋ ਚੁੱਕੀ ਸੀ? ਇਹ ਆਪਾਂ ਇੰਜ ਕਹਿ ਸਕਦੇ ਹਾਂ ਕਿ ਖਾਲਸੇ ਦੀ ਸਿਰਜਣਾ ਦੀ ਨੀਂਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਰੱਖੀ ਜਾ ਚੁੱਕੀ ਸੀ, ਜਿਹਨੂੰ ਇੰਜ ਕਹਿ ਸਕਦੇ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਹੈ। ਜਿਵੇਂ ਇੱਕ ਬਿਲਡਿੰਗ ਜਦੋਂ ਬਣਦੀ ਆ, ਇੱਕ ਕਾਰੀਗਰ ਉਹਦੀ ਨੀਂਹ ਰੱਖਦਾ ਵਾ, ਇੱਕ ਸੰਪੂਰਨ ਕਰਦਾ, ਤੇ ਯੋਗਦਾਨ ਆਪਾਂ ਸਾਰਿਆਂ ਦਾ ਬਰਾਬਰ ਹੀ ਮੰਨਾਂਗੇ। ਰੀਲੀ ਅੱਜ ਦੀ ਦੁਨੀਆ ਦੇ ਵਿੱਚ, ਅੱਜ ਦੇ ਯੁੱਗ ਵਿੱਚ ਹੁਣ ਸਿੱਖ ਦੀ ਪਰਿਭਾਸ਼ਾ ਕੀ ਹੈ? ਸਿੱਖ ਦੀ ਪਰਿਭਾਸ਼ਾ ਦਾ ਪਿੱਛੇ ਜਿਹਾ ਰੌਲਾ ਵੀ ਪਿਆ ਸੀ, ਆਪ ਜੀ ਨੂੰ ਪਤਾ ਹੋਏਗਾ ਕਿ ਪੰਜਾਬ ਵਿੱਚ ਬੜਾ ਵਿਵਾਦ ਵੀ ਛਿੜਿਆ ਤੇ ਅਦਾਲਤ ਤੱਕ ਵੀ ਇਹ ਗੱਲ ਗਈ। ਸਾਨੂੰ ਜੱਜ ਦੇ ਮੂੰਹ ਵੱਲ ਵੇਖਣਾ ਪਿਆ ਕਿ ਜੱਜ ਸਾਨੂੰ ਦੱਸੇ ਕਿ ਸਿੱਖ ਕੀ ਹੁੰਦਾ। ਮੈਂ ਸਮਝਦਾ ਕਿ ਇਹ ਤੋਂ ਇੰਜ ਲੱਗਦਾ ਕਿ ਅਸੀਂ ਆਰਥਿਕ ਪੱਖੋਂ ਤੇ ਬਹੁਤ ਮਜ਼ਬੂਤ ਹੋਏ ਹਾਂ ਤੇ ਗੁਰਮਤਿ ਦੇ ਗਿਆਨ ਪੱਖੋਂ ਅਸੀਂ ਬੜੇ ਗਰੀਬ ਸੀ ਕਿ ਸਾਨੂੰ ਆਪਣੇ ਗੁਰੂ ਦੇ ਹੁੰਦਿਆਂ, ਆਪਣੇ ਬਾਪੂ ਦੇ ਹੁੰਦਿਆਂ, ਪਿਤਾ ਦੇ ਹੁੰਦਿਆਂ ਸਾਨੂੰ ਇੱਕ ਵਿਅਕਤੀ ਕੋਲੋਂ ਪੁੱਛਣਾ ਪੈ ਰਿਹਾ ਵੀ ਸਿੱਖ ਕਿਹਨੂੰ ਕਹਿੰਦੇ ਨੇ। ਬਕਾਇਦਾ ਗੁਰੂ ਪਾਤਸ਼ਾਹ ਦੀ ਬਾਣੀ ਵਿੱਚ ਸਿੱਖੀ ਦੀ ਡੈਫੀਨੇਸ਼ਨ ਲਿਖੀ ਹੋਈ ਹੈ। ਉਹ ਕੀ ਹੈ? ਜਦੋਂ ਅਸੀਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਨੰਦ ਸਾਹਿਬ ਬਾਣੀ ਪੜ੍ਹਦੇ ਹਾਂ, ਦੇਖੋ ਗੁਰੂ ਪਾਤਸ਼ਾਹ ਨੇ ਦੋ ਪੌੜੀਆਂ ਇਕੱਠੀਆਂ ਲਿਖੀਆਂ। ਉੱਥੇ ਲਿਖਿਆ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹੇ ਗੁਰ ਨਾਲੇ। ਲਫ਼ਜ਼ ਵੇਖੋ ਕਿੰਨੇ ਪਿਆਰੇ ਵਰਤੇ, ਜਿਉਂ ਰਹੇ ਗੁਰ ਨਾਲੇ। ਅੱਜ ਵੀ ਪਤੀ ਪਤਨੀ ਵੀ ਜੇ ਘਰ ਵਿੱਚ ਰਹਿੰਦੇ ਆ ਨਾ, ਜੇ ਜਿਉਂ ਇੱਕ ਦੂਜੇ ਦੇ ਨਾਲ ਨਹੀਂ ਤੇ ਸਮਾਂ ਪਾ ਕੇ ਤਲਾਕ ਹੋ ਜਾਂਦਾ। ਸਰੀਰਕ ਤੌਰ ਤੇ ਪਤੀ ਪਤਨੀ ਇੱਕ ਘਰ 'ਚ ਰਹਿੰਦੇ ਪਰ ਜਿਉਂ ਨਾਲ ਨਹੀਂ ਰਹਿੰਦੇ, ਸਮਾਂ ਪਾ ਕੇ ਤਲਾਕ ਹੋ ਜਾਏਗਾ। ਜੇ ਪਿਓ ਪੁੱਤਰ ਵੀ ਇੱਕ ਘਰ 'ਚ ਸਰੀਰਕ ਕਰਕੇ ਤਾਂ ਰਹਿੰਦੇ ਆ ਪਰ ਵਿਚਾਰ ਨਹੀਂ ਦੋਵਾਂ ਦੇ ਮੇਲ ਖਾਂਦੇ ਤੇ ਉਹ ਅੱਡ ਹੋ ਜਾਂਦੇ ਬਾਪ ਬੇਟਾ। ਇਸ ਤਰ੍ਹਾਂ ਗੁਰੂ ਤੇ ਸਿੱਖ ਉੱਤੋਂ ਤੇ ਮੱਥਾ ਸਾਰੇ ਜਾ ਕੇ ਟੇਕ ਆਉਂਦੇ। ਲਫ਼ਜ਼ ਵੇਖੋ ਕਿੰਨੇ ਕੀਮਤੀ ਵਰਤੇ, ਜਿਉਂ ਰਹਿ ਗੁਰ ਨਾਲੇ, ਗੁਰ ਕੇ ਚਰਨ। ਹੁਣ ਗੁਰੂ ਦੇ ਚਰਨ ਕੀ ਆ? ਗੁਰੂ ਦਾ ਸ਼ਬਦ, ਗੁਰੂ ਦੀ ਸਿੱਖਿਆ। ਗੁਰ ਕੇ ਚਰਨ ਹਿਰਦੇ ਧਿਆਏ। ਹੁਣ ਧਿਆਏ ਤੇ ਜਿਹੜਾ ਧਿਆਇਆ ਉਹ ਤੇ ਗਿਆਨ ਹੀ ਜਾਂਦਾ, ਸ਼ਬਦ ਹੀ ਜਾਂਦਾ, ਵਿਚਾਰ ਹੀ ਜਾਂਦੀ, ਉਪਦੇਸ਼ ਤੇ ਆ ਜਾਂਦਾ। ਚਰਨਾਂ ਦੀ ਗੱਲ ਮੀਨਿੰਗ, ਚਰਨ ਮੀਨਿੰਗ ਗੁਰੂ ਦੀ ਸਿੱਖਿਆ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ। ਭਾਵ ਆਪਣੀ ਸੋਚ ਛੱਡ ਕੇ ਗੁਰੂ ਦੀ ਸੋਚ ਬਣਾਵੇ। ਆਪ ਛੱਡ ਸਦਾ ਰਹਿ ਪਰਨੇ, ਗੁਰ ਬਿਨ ਅਵਰ ਨਾ ਜਾਣੇ ਕੋਏ। ਗੁਰੂ ਤੋਂ ਬਿਨਾਂ ਉਹ ਕਿਸੇ ਹੋਰ ਨੂੰ ਜ਼ਿੰਦਗੀ 'ਚ ਅਹਿਮੀਅਤ ਨਾ ਦੇਵੇ। ਗੁਰ ਬਿਨ ਅਵਰ ਨਾ ਜਾਣੇ ਕੋਏ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ। ਸਨਮੁਖ ਹੋਏ ਉਹ ਅਸਲ 'ਚ ਸਿੱਖ। ਹੁਣ ਵੇਖੋ ਕਿੱਡੀ ਕਮਾਲ ਦੀ ਗੱਲ ਆ। ਜਦੋਂ ਅਗਲੀ ਪੌੜੀ ਵਿੱਚ ਮਨਮੁਖ ਦੀ ਪਰਿਭਾਸ਼ਾ ਬਿਆਨ ਕੀਤੀ, ਉਹ ਸਿੱਖ ਲਫ਼ਜ਼ ਨਹੀਂ ਵਰਤੇ। ਜੇ ਕੋ ਗੁਰ ਤੇ ਬੇਮੁਖ ਹੋਵੇ, ਉੱਥੇ ਇਹ ਵੀ ਕਹਿ ਸਕਦੇ ਜੇ ਕੋ ਸਿੱਖ ਗੁਰ ਤੇ ਬੇਮੁਖ ਹੋਵੇ। ਕੋਈ ਗੁਰੂ ਮਹਾਰਾਜ ਇੰਨੇ ਸਿਆਣੇ ਨੂੰ ਪਤਾ ਵੀ ਜਿਹੜਾ ਬੇਮੁਖ ਆ ਉਹ ਸਿੱਖ ਨਹੀਂ, ਜਿਹੜਾ ਸਿੱਖ ਵਾ ਉਹ ਬੇਮੁਖ ਨਹੀਂ। ਵੇਖੋ ਡੈਫੀਨੇਸ਼ਨ ਕਿੱਡੀ ਕਮਾਲ ਦੀ ਹੈ। ਜਿੱਥੇ ਸਨਮੁਖ ਦੀ ਗੱਲ ਆਈ ਉੱਥੇ ਸਿੱਖ ਲਫ਼ਜ਼ ਵਰਤਿਆ, ਜਿੱਥੇ ਬੇਮੁਖ ਦੀ ਗੱਲ ਆਈ ਉੱਥੇ ਸਿੱਖ ਲਫ਼ਜ਼ ਵਰਤਿਆ ਹੀ ਨਹੀਂ, ਕਿਉਂਕਿ ਸਿੱਖ ਦਾ ਅਰਥ ਹੀ ਸਟੂਡੈਂਟ ਵਾ, ਵਿਦਿਆਰਥੀ ਆ, ਗਿਆਨ ਲੈਣਾ ਵਾ। ਅੱਛਾ ਇੱਕ ਗੱਲ ਹੋਰ,
ਭਾਈ ਕਾਹਨ ਸਿੰਘ ਨਾਭਾ ਜੀ ਨੇ ਸਿੱਖ ਦੀ ਪਰਿਭਾਸ਼ਾ ਬਾਰੇ ਕਵਿਤ ਬੜਾ ਕਮਾਲ ਦਾ ਲਿਖਿਆ। ਉਹਨਾਂ ਲਿਖਿਆ, ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ। ਜਿਵੇਂ ਕਮਲ ਫੁੱਲ ਰਹਿੰਦਾ ਚਿੱਕੜ ਦੇ ਵਿੱਚ ਵਾ, ਪਰ ਰਹਿੰਦਾ ਨਿਰਲੇਪ ਵਾ। ਸਿੱਖ ਨੇ ਰਹਿਣਾ ਸਮਾਜ ਵਿੱਚ ਹੀ ਆ। ਦੋਸਤ ਉਹਦੇ ਹਿੰਦੂ ਵੀ ਹੋ ਸਕਦੇ ਆ, ਦੋਸਤ ਉਹਦੇ ਮੁਸਲਮਾਨ ਵੀ ਹੋ ਸਕਦੇ ਆ, ਦੋਸਤ ਉਹਦੇ ਕ੍ਰਿਸਚਨ ਵੀ ਹੋ ਸਕਦੇ ਆ, ਪਰ ਜਿਹੜੀ ਉਹਦੀ ਧਾਰਮਿਕ ਵਿਚਾਰਧਾਰਾ ਉਹਨੇ ਇੰਜ ਰੱਖਣੀ ਆਪਣੀ ਨਿਰਲੇਪ, ਜਿਵੇਂ ਕਮਲ ਫੁੱਲ ਚਿੱਕੜ 'ਚ ਰਹਿ ਕੇ ਆਪਣੇ ਆਪ ਨੂੰ, ਆਪਣੀਆਂ ਪੱਤਿਆਂ ਨੂੰ ਚਿੱਕੜ ਤੋਂ ਬਚਾ ਕੇ ਰੱਖਦਾ। ਇਹਦਾ ਅਰਥ ਨਹੀਂ ਵੀ ਸਿੱਖ ਨੇ ਜ਼ਿੰਦਗੀ ਜਿਉਂਦਿਆਂ ਉਹਦਾ ਕੋਈ ਦੋਸਤ ਨਹੀਂ ਹੋ ਸਕਦਾ ਹਿੰਦੂ, ਉਹਦਾ ਕੋਈ ਮੁਸਲਮਾਨ ਜਿਹੜਾ ਵਾ ਦੋਸਤ ਨਹੀਂ ਹੋ ਸਕਦਾ, ਐਸੀ ਕੋਈ ਗੱਲ ਨਹੀਂ। ਵਿਆਖਿਆ ਗਲਤ ਕੀਤੀ ਗਈ। ਉੱਥੇ ਕਿੰਨੇ ਪਿਆਰੇ ਲਫ਼ਜ਼ ਵਰਤੇ ਆ ਕਿ ਕਮਲ ਜਿਉਂ ਮਾਇਆ ਜਲ ਵਿੱਚ ਹੈ ਅਲੇਪ ਸਦਾ, ਸਭ ਦਾ ਸਨੇਹੀ। ਕਮਲ ਫੁੱਲ ਹੈਗਾ ਸਾਰਿਆਂ ਦਾ ਸਨੇਹੀ ਹੈ, ਪਰ ਚਾਲ ਸਭ ਤੋਂ ਨਿਰਾਲੀ ਹੈ। ਉਹਦੀ ਚਾਲ ਸਾਰਿਆਂ ਨਾਲੋਂ ਨਿਰਾਲੀ ਹੈ। ਕਰਕੇ ਕਮਾਈ ਖਾਵੇ, ਇਹ ਸਿੱਖ ਦੀ ਡੈਫੀਨੇਸ਼ਨ ਹੈ ਜੀ। ਕਰਕੇ ਕਮਾਈ ਖਾਵੇ, ਮੰਗਣਾ ਹਰਾਮ ਜਾਣੇ। ਕਿਰਤ ਕਰਕੇ ਰੋਟੀ ਖਾਵੇ, ਮੰਗ ਖਾਣ ਨੂੰ ਹਰਾਮ ਮੰਨੇ। ਕਰਕੇ ਕਮਾਈ ਖਾਵੇ, ਮੰਗਣਾ ਹਰਾਮ ਜਾਣੇ। ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ। ਵੱਡੀ ਤੋਂ ਵੱਡੀ ਬਿਪਤਾ ਪੈ ਜੇ, ਮੀਨਿੰਗ ਔਲਾਦ ਨਹੀਂ ਹੁੰਦੀ ਘਰ 'ਚ। ਸਾਡੇ ਮੁਤਾਬਕ ਤਾਂ ਬਿਪਤਾ ਹੀ ਆ ਨਾ, ਵੀ ਸਾਡੇ ਘਰ ਨੂੰਹ ਆਈ ਆ, ਉਹਦੇ ਘਰ ਔਲਾਦ ਹੀ ਨਹੀਂ ਹੋ ਰਹੀ, ਅਸੀਂ ਭੱਜਦੇ ਹਾਂ ਡੇਰਿਆਂ ਨੂੰ। ਚੱਲ ਕਿਤੇ ਵੱਡੇ ਤੋਂ ਵੱਡਾ ਕਸ਼ਟ, ਵੱਡੀ ਤੋਂ ਵੱਡੀ ਬਿਪਤਾ ਆ ਜੇ, ਉਹਨੂੰ ਭਾਣਾ ਕਰਕੇ ਮੰਨੇ। ਭਾਣੇ ਵਿੱਚ ਬਿਪਤਾ ਨੂੰ ਮੰਨੇ ਖੁਸ਼ਹਾਲੀ ਹੈ। ਕਹਿੰਦੇ ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ, ਸਵਾਰਥ ਤੋਂ ਬਿਨਾਂ ਗੁਰਦੁਆਰੇ ਦਾ ਚੌਂਕੀਦਾਰ ਹੋਵੇ, ਭਾਵੇਂ ਗੁਰਦੁਆਰੇ ਦਾ ਪ੍ਰਧਾਨ ਹੋਵੇ, ਭਾਵੇਂ ਖਜ਼ਾਨਚੀ ਹੋਵੇ, ਭਾਵੇਂ ਸੈਕਟਰੀ ਹੋਵੇ, ਭਾਵੇਂ ਗੁਰਦੁਆਰੇ ਦਾ ਉਹ ਪ੍ਰਚਾਰਕ ਹੋਵੇ, ਗ੍ਰੰਥੀ ਹੋਵੇ, ਪ੍ਰਚਾਰਕ ਹੋਵੇ, ਈਵਨ ਤੱਕ ਜਥੇਦਾਰ ਵੀ ਭਾਵੇਂ ਕਿਉਂ ਨਾ ਹੋਵੇ, ਉਹ ਇੱਕ ਚੌਂਕੀਦਾਰ ਆ। ਮਾਲਕ ਕੌਣ ਆ? ਗੁਰੂ ਗ੍ਰੰਥ ਸਾਹਿਬ ਜੀ। ਸਵਾਰਥ ਤੋਂ ਬਿਨਾਂ ਗੁਰਦੁਆਰਿਆਂ ਦਾ ਚੌਂਕੀਦਾਰ, ਧਰਮ ਤੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ। ਕਹਿਣ ਲੱਗੇ ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ। ਇੱਕ ਅਕਾਲ ਤੋਂ ਬਿਨਾਂ ਕਿਸੇ ਹੋਰ ਦੇਵੀ ਦੇਵਤੇ ਦੀ ਪੂਜਾ ਨਾ ਕਰੇ। ਉਹ ਕੌਣ ਹੈ ਜੀ? ਸਿੱਖ ਦਸ਼ਮੇਸ਼ ਦਾ, ਸੋ ਕਹੀਏ ਅਕਾਲੀ ਹੈ। ਜੇ ਆਪਾਂ ਤੁੰਦਾ ਸਾਹਿਬ ਸਿੱਖ ਦੀ ਪਰਿਭਾਸ਼ਾ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਜ਼ਰੂਰ ਕਰਨੀ ਪਏਗੀ ਕਿ ਸਹਿਜਧਾਰੀ ਸਿੱਖ ਤੇ ਅੰਮ੍ਰਿਤਧਾਰੀ ਸਿੱਖ ਦਾ ਜਿਹੜਾ ਇਹ ਪਾੜਾ ਪਿਆ ਹੋਇਆ, ਅਦਾਲਤ ਦੇ ਸਾਹਮਣੇ ਮੁਕੱਦਮਾ ਚੱਲਿਆ। ਸੋ ਇਹਦੇ ਵਿੱਚ ਜਿਨ੍ਹਾਂ ਲੋਕਾਂ ਦਾ ਗੁਰਬਾਣੀ 'ਚ ਵਿਸ਼ਵਾਸ ਹੈ, ਅਥਾਹ ਵਿਸ਼ਵਾਸ ਹੈ, ਪਰ ਉਹਨੇ ਅੰਮ੍ਰਿਤ ਨਹੀਂ ਛਕਿਆ ਹੋਇਆ। ਦੂਸਰੇ ਪਾਸੇ ਕਈ ਲੋਕਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ, ਉਹਨਾਂ ਦਾ ਵਿਸ਼ਵਾਸ ਵੀ ਹੈ। ਪਰ ਹੁਣ ਗੱਲ ਇਹ ਸ਼ੁਰੂ ਹੋ ਗਈ ਵੀ ਅੰਮ੍ਰਿਤ ਛਕਿਆ ਕਿਤੋਂ ਹੋਇਆ। ਵਾਹ ਵਾਹ, ਬਹੁਤ ਵਧੀਆ। ਸੋ ਇਹਦੇ ਬਾਰੇ ਸਾਨੂੰ ਦੱਸੋ ਵੀ ਸਿੱਖ ਦੀ ਪਰਿਭਾਸ਼ਾ ਦੇ ਵਿੱਚ ਇਹਨਾਂ ਪਹਿਲੂਆਂ ਤੇ ਤੁਸੀਂ ਕੀ ਪ੍ਰਚਾਰ ਕਰ ਰਹੇ? ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ 1932 ਦੇ ਵਿੱਚ ਪਹਿਲਾਂ ਖਰੜਾ ਤਿਆਰ ਕੀਤਾ ਗਿਆ ਸਿੱਖ ਰਹਿਤ ਮਰਿਆਦਾ ਵਾਸਤੇ, 1945 ਤੱਕ ਲਗਾਤਾਰ ਇਸ 'ਤੇ ਵਿਚਾਰ ਚਰਚਾ ਕੀਤੀ ਗਈ। 13 ਸਾਲ ਲਗਾਤਾਰ ਜਦੋਂ SGPC ਬਣਦੀ ਹੈ, ਸਾਕਾ ਨਨਕਾਣਾ ਵਾਪਰਦਾ, ਜੋ ਗੁਰਦੁਆਰਿਆਂ ਵਿੱਚ ਮੰਤ ਸਿਸਟਮ ਸ਼ਾਮਲ ਹੋ ਚੁੱਕਾ ਸੀ, ਨਿਰਮਲੇ ਉਦਾਸੀਏ ਗੁਰਦੁਆਰਿਆਂ ਵਿੱਚ ਕਾਬਜ ਹੋ ਚੁੱਕੇ ਸੀ, ਜੋ ਇੰਜ ਕਹਿ ਲਈਏ ਮੰਦਰਾਂ ਵਾਲੀ ਸਾਰੀ ਜਿਹੜੀ ਆ ਪੂਜਾ ਜੋ ਉੱਥੇ ਹੁੰਦਾ ਸੀ ਉਹ ਗੁਰਦੁਆਰਿਆਂ ਵਿੱਚ ਲਿਆ ਕੇ ਲਾਗੂ ਕਰ ਦਿੱਤਾ ਗਿਆ। ਸਿੱਖ ਰਹਿਤ ਮਰਿਆਦਾ ਬਣੀ ਆ। ਸਿੱਖ ਰਹਿਤ ਮਰਿਆਦਾ ਮੁਤਾਬਕ ਸਾਨੂੰ ਖੰਡੇ ਦੀ ਪਹੁਲ ਤਿਆਰ ਕਰਨੀ ਚਾਹੀਦੀ ਹੈ। ਪਿੱਛੇ ਜੇ ਅਕਾਲ ਤਖਤ ਵੱਲੋਂ ਜਥੇਦਾਰ ਦਾ ਇੱਕ ਬਿਆਨ ਵੀ ਆਇਆ ਸੀ ਕਿ ਡੇਰਿਆਂ ਤੋਂ ਅੰਮ੍ਰਿਤ ਛਕਣ ਦੀ ਬਜਾਏ ਤੁਸੀਂ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਮੁਤਾਬਕ ਜਾਂ ਅਕਾਲ ਤਖਤ ਤੋਂ ਆਣ ਕੇ ਖੰਡੇ ਦੀ ਪਹੁਲ ਲਓ। ਹੁਣ ਬਹੁਤ ਵੱਡੀ ਸਮੱਸਿਆ ਸਾਡੀ ਕੌਮ ਦੀ ਕਿ ਅੱਜ ਜਿਹੜੇ ਤੇ ਬੇਅਮਰਤੀਏ ਆ, ਜਿਹੜੇ ਤੇ ਕਲੀਨ ਸ਼ੇਪ ਆ, ਉਹਨਾਂ ਤੋਂ ਤੇ ਸਾਨੂੰ ਇਹੋ ਹੀ ਆ ਵੀ ਉਹ ਸਿੱਖੀ 'ਚ ਨਹੀਂ ਹੈਗੇ। ਵੱਡੀ ਗੱਲ ਆਪਾਂ ਉਹਨੂੰ ਕਹਿੰਦੇ ਵੀ ਇਹ ਸਿੱਖ ਨਹੀਂ ਹੈਗੇ। ਪਰ ਕਮਾਲ ਦੀ ਗੱਲ ਹੈ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਵੀ ਆ ਉਹ ਫਿਰ ਬਾਬਿਆਂ ਨਾਲ ਜੁੜੇ ਹੋਏ ਆ, ਡੇਰਿਆਂ ਨਾਲ ਜੁੜੇ ਹੋਏ ਆ। ਅੱਜ 10 ਸਿੱਖ ਇਕੱਠੇ ਕਰ ਲਈਏ ਨਾ, ਉਹਨਾਂ 'ਚੋਂ ਇੱਕ ਹੀ ਆ ਭਾਵੇਂ ਕਵੇ ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ, ਬਾਕੀ ਕਹਿਣਗੇ 10 ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਪਰ ਉਹ ਮੰਨਦੇ ਬਾਬੇ ਰਾਹੀਂ ਆ। ਮਤਲਬ ਉਹਨਾਂ ਨੇ ਅੰਮ੍ਰਿਤ ਛਕ ਕੇ ਵੀ, ਤੁਸੀਂ ਵੇਖੋ ਅੱਜ ਕਿਰਪਾਨਾਂ ਵੀ ਪਾਈਆਂ ਹੋਈਆਂ ਵਾ, ਨਮਸਕਾਰਾਂ ਫਿਰ ਜਾ ਕੇ ਬਾਬੇ ਦੇ ਪੈਰਾਂ 'ਚ ਕਰ ਰਹੇ ਆ। ਬਾਬਾ ਉੱਪਰਲੀ ਜਗ੍ਹਾ ਤੇ ਬੈਠਾ ਵਾ, ਚੇਲਾ ਜਿਹੜਾ ਉਹਦੇ ਪੈਰਾਂ 'ਚ ਬੈਠਾ, ਗਾਤਰਾ ਵੀ ਪਾਇਆ ਹੋਇਆ। ਮਤਲਬ ਵੇਖ ਲਓ ਅੱਜ ਨਿੱਕੀ ਨਿੱਕੀ ਕਿਸਮ ਦੇ ਬਾਬੇ ਜਿਹੜੇ ਆ, ਨਿੱਕੀ ਨਿੱਕੀ ਉਮਰ ਦੇ, ਉਹਨਾਂ ਦੀਆਂ ਪੈਰਾਂ 'ਤੇ ਜਾ ਕੇ ਮੱਥੇ ਜਿਹੜੇ ਅੰਮ੍ਰਿਤਧਾਰੀ ਟੇਕ ਰਹੇ। ਕੀ ਉਹਨਾਂ ਨੂੰ ਸ੍ਰੀ ਸਾਹਿਬ ਵਾਲਾ ਦਾੜੇ ਪ੍ਰਕਾਸ਼ ਵਾਲਾ ਦਸਤਾਰ ਸਜਾਈ ਸਿੱਖ ਬਾਬਿਆਂ ਦੇ ਪੈਰਾਂ 'ਚ ਲਿਟਦਾ, ਪੈਰਾਂ 'ਚ ਲਿਖਦਾ, ਤੇ ਫਿਰ ਕੀ ਉਹਨੂੰ ਅਸੀਂ ਅੰਮ੍ਰਿਤਧਾਰੀ ਕਹਾਂਗੇ? ਅਸਲ ਦੇ ਵਿੱਚ ਇੰਜ ਕਿਹਾ ਜਾਊਗਾ ਕਿ ਜਿਹੜੀ ਗੱਲ ਉਹ ਗੁਰੂ ਪਾਤਸ਼ਾਹ ਨੇ ਉਸ ਵੇਲੇ ਆਰੰਭ ਨਹੀਂ ਸੀ ਕੀਤੀ ਵੀ ਖੋਤੇ ਉੱਤੇ ਸ਼ੇਰ ਦੀ ਖੱਲ ਪਵਾਤੀ। ਮਹਾਰਾਜ ਜੀ ਕੀ ਕਹਿੰਦੇ? ਤੁਹਾਨੂੰ ਸਮਝਾਉਣ ਲਈ ਆ ਕਿ ਬਹੁਤ ਵਾਰੀ ਤੁਹਾਡੇ ਦੇ ਵਿੱਚ ਅੰਦਰੋਂ ਖੋਤੇ ਹੋਣੇ ਆ, ਉੱਤੋਂ ਸ਼ੇਰ ਦੀ ਖੱਲ ਪਾ ਲੈਣੀ ਆ, ਵੀ ਅੰਦਰ ਕੱਖ ਨਹੀਂ ਹੋਣਾ, ਅੰਦਰ ਸ਼ੇਰ ਵਾਲੀ ਕੋਈ ਗੱਲ ਨਹੀਂ ਹੋਣੀ, ਖੱਲ ਸ਼ੇਰ ਵਾਲੀ ਪਾ ਲੈਣੀ ਆ। ਅੰਦਰੋਂ ਗਧਿਆਂ ਵਾਲੇ ਕੰਮ ਹੋਣਗੇ, ਜਿਵੇਂ ਗਧੇ ਨਹੀਂ ਸਵਾਹ 'ਚ ਲੇਟਦੇ, ਇੱਦਾਂ ਲੇਟਣਗੇ ਜਾ ਕੇ ਡੇਰਿਆਂ ਤੇ, ਉੱਤੋਂ ਸ਼ੇਰ ਦੀ ਖੱਲ ਪਾਈ ਹੋਊਗੀ। ਸੇਮ ਸਾਡੇ 'ਚ ਅੱਜ ਉਹ ਵਿਚਾਰਾਂ ਆ ਚੁੱਕੀਆਂ ਨੇ। ਖੰਡੇ ਦੀ ਪੌਲ ਸਿੱਖ ਨੇ ਜਿਹੜੀ ਆ ਉਹ ਗੁਰੂ ਕੋਲੋਂ ਲੈਣੀ ਆ, 5 ਪਿਆਰਿਆਂ ਕੋਲ ਛਕਣੀ ਆ। ਕਿਸੇ ਦੇ ਡੇਰੇ ਦੇ ਕੋਲੋਂ ਅੱਜ ਡੇਰਿਆਂ ਕੋਲ ਅੰਮ੍ਰਿਤ ਛਕਿਆ ਜਾ ਰਿਹਾ, ਤੇ ਅੰਮ੍ਰਿਤ ਛਕਣ ਵਾਲਾ ਪਤਾ ਕੀ ਕਹਿੰਦਾ? ਅਸੀਂ ਫਲਾਣੇ ਬਾਬਾ ਜੀ ਕੋਲ ਅੰਮ੍ਰਿਤ ਛਕਿਆ। ਤੁਸੀਂ ਵੇਖੋ ਜਿਹੜੇ ਡੇਰਿਆਂ ਤੋਂ ਅੰਮ੍ਰਿਤ ਛਕਦੇ ਆ, ਉਹਨਾਂ ਨੂੰ ਪੁੱਛੋ ਕਿੱਥੋਂ ਛਕਿਆ ਜੀ? ਫਲਾਣੇ ਬਾਬਾ ਜੀ ਕੋਲ ਛਕਿਆ। ਅੰਮ੍ਰਿਤ ਗੁਰੂ ਦਾ ਸੀ। ਨਾਲ ਇਹ ਵੀ ਗੱਲ ਕਲੀਅਰ ਕਰ ਦੇਵਾਂ, ਅੰਮ੍ਰਿਤ ਕਿੰਨੇ ਪ੍ਰਕਾਰ ਦੇ ਆ? ਜਿਨ ਵਡਿਆਈ ਤੇਰੇ ਨਾਮ ਕੀ, ਤੇ ਰਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ। ਹੁਣ ਬਾਣੀ ਕਹਿੰਦੀ ਅੰਮ੍ਰਿਤ ਇੱਕੋ ਹੀ ਹੈ, ਦੂਜਾ ਅੰਮ੍ਰਿਤ ਨਾ ਹੈ। ਉਹ ਇੱਕ ਅੰਮ੍ਰਿਤ ਕੀ ਆ? ਅੰਮ੍ਰਿਤ ਹਰ ਹਰ ਨਾਮ ਹੈ, ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ ਰਾਮ।
ਗੁਰੂ ਦੀ ਮੱਤ, ਗੁਰੂ ਦਾ ਉਪਦੇਸ਼ ਅੰਮ੍ਰਿਤ ਹੈ। ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਦੀ ਪਹੁ ਲੈ ਕੇ ਸਿੱਖ ਨੇ ਗੁਰਬਾਣੀ ਰੂਪੀ ਅੰਮ੍ਰਿਤ ਤੱਕ ਪਹੁੰਚ ਕਰਨੀ ਆ। ਅੱਜ ਕੀ ਹੋ ਰਿਹਾ ਵਾ, ਕਕਾਰ ਭਾਰੇ ਆ ਤੇ ਗੁਰਬਾਣੀ ਦਾ ਇੱਕ ਅੱਖਰ ਵੀ ਨਹੀਂ ਆਉਂਦਾ ਤੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਹੋਣ ਦਾ ਅਸੀਂ ਦਾਅਵਾ ਕਰ ਰਹੇ ਹਾਂ। ਤਾਂ ਹੀ ਤੁਸੀਂ ਵੇਖੋ ਮੜੀਆਂ ਪੂਜੀਆਂ ਜਾ ਰਹੀਆਂ, ਜਠੇਰੇ ਪੂਜੇ ਜਾ ਰਹੇ ਆ, ਬਾਬੇ ਪੂਜੇ ਜਾ ਰਹੇ ਆ ਤੇ ਭੁਲੇਖਾ ਇਹ ਪੈ ਗਿਆ ਮੈਂ ਅੰਮ੍ਰਿਤਧਾਰੀ ਹਾਂ। ਮਤਲਬ ਕਹਿਣ ਦਾ ਭਾਵਾ ਸਾਡੇ ਸਾਹਮਣੇ ਇਹ ਚੁਣੌਤੀਆਂ ਤਾਂ ਆ ਰਹੀਆਂ ਕਿ ਅਸੀਂ ਆਪ ਗੁਰਬਾਣੀ ਦੀ ਸਟੱਡੀ ਨਹੀਂ ਕੀਤੀ। ਹੁਣ ਜਿਹੜਾ ਸ਼ਬਦ ਵਾਰ-ਵਾਰ ਆਉਂਦਾ ਪਤਿਤ, ਇਹ ਪਤਿਤ ਸਿੱਖ ਹੈ, ਇਹ ਸਿੱਖ ਨਹੀਂ ਆ, ਇਹ ਪਤਿਤ ਹੈ, ਸਹਿਜਧਾਰੀ ਨੂੰ ਵੋਟ ਨਾ ਪਾਉਣ ਦਿਓ। ਜਿਹੜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੰਮ੍ਰਿਤ ਕਦੇ ਕਿਸੇ ਡੇਰੇ ਤੋਂ ਛਕ ਲਿਆ, ਕਦੇ ਅੰਮ੍ਰਿਤ ਕਿਤੋਂ ਛਕ ਲਿਆ, ਫਿਰ ਕਿਸੇ ਹੋਰ ਡੇਰੇ 'ਚ ਜਾ ਬੈਠੇ, ਹੁਣ ਇਹ ਲੋਕ ਪਤਿਤ ਨੇ? ਗੁਰਸਿੱਖ ਦੀ ਜਿਹੜੀ ਸਿੱਖ ਦੀ ਪਰਿਭਾਸ਼ਾ ਦੇ ਵਿੱਚ ਇਹ ਲੋਕ ਫਿੱਟ ਹੁੰਦੇ ਨੇ? ਬਹੁਤ ਵਧੀਆ ਗੱਲ, ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਸਿੱਖ ਰਹਿਤ ਮਰਿਆਦਾ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਜੀ, ਉਹਦੇ ਮੁਤਾਬਕ ਲਿਖਿਆ ਵੀ ਕੇਸ ਕਤਲ ਕਰਨ ਵਾਲਾ ਜਿਹੜਾ ਵਾ ਉਹ ਪਤਿਤ ਵਾ। ਪਰ ਜਦੋਂ ਗੁਰਬਾਣੀ ਪੜ੍ਹਦੇ ਨਾ ਅਸੀਂ, ਗੁਰਬਾਣੀ ਮੁਤਾਬਕ ਤਾਂ ਭਾਵੇਂ ਉਹ ਬਾਹਰੋਂ ਵੀ ਸਾਬਤ ਸੂਰਤ ਹੋਵੇ, ਜੇ ਉਹਦਾ ਅੰਦਰ ਵਕਾਰੀ ਆ ਤੇ ਉਹ ਅੰਦਰੋਂ ਡਿੱਗਿਆ ਪਤਿਤ। ਜਿਵੇਂ ਇੱਕ ਸ਼ਬਦ ਹੁੰਦਾ ਬੜਾ ਪਿਆਰਾ ਵੀ, ਤਬ ਹੋਂ ਪਤਿਤ ਤਰੋਂ। ਪਤਿਤ ਦਾ ਅਰਥ ਹੁਣ ਗੁਰਬਾਣੀ ਵੇਖੋ, ਜਦੋਂ ਮਰਿਆਦਾ ਤਿਆਰ ਕੀਤੀ ਗਈ ਹੈ ਨਾ, ਮਰਿਆਦਾ ਸਮਾਜਿਕ ਪੱਖ ਨੂੰ ਲੈ ਕੇ ਤਿਆਰ ਕੀਤੀ ਗਈ ਆ। ਮਰਿਆਦਾ ਮੁਤਾਬਕ ਆ ਵੀ ਤੁਸੀਂ ਪਰਾਇਆ ਸੰਗ ਨਹੀਂ ਕਰਨਾ, ਪਰ ਗੁਰਬਾਣੀ ਮੁਤਾਬਕ ਤੇ ਇਹ ਆ ਵੀ ਪਰਾਇਆ ਸੰਗ ਕਰਨ ਦੀ ਤਾਂ ਗੱਲ ਦੂਰ ਦੀ ਆ, ਤੁਸੀਂ ਆਪਣੇ ਮਨ ਵਿੱਚ ਵੀ ਗੰਦੇ ਖਿਆਲ ਨਹੀਂ ਲਿਆਉਣੇ। ਸਿੱਖ ਰਹਿਤ ਮਰਿਆਦਾ ਮੁਤਾਬਕ ਆ ਵੀ ਤੁਸੀਂ ਕੇਸ ਕਤਲ ਕਰ ਲਏ ਤਾਂ ਪਤਿਤ ਹੋ ਗਏ। ਗੁਰਬਾਣੀ ਮੁਤਾਬਕ ਆ ਜੇ ਤੁਸੀਂ ਮਨ ਵਿੱਚ ਗੰਦੇ ਖਿਆਲ ਲੈ ਆਂਦੇ, ਗੰਦੀਆਂ ਵਿਚਾਰਾਂ ਲੈਂਦੀਆਂ, ਹੁਣ ਕੀ ਮਾਪਦੰਡ ਆ ਜੀ? ਬਾਹਰੋਂ ਕਕਾਰ, ਤਾਂ ਹੀ ਤੁਸੀਂ ਵੇਖ ਲਓ ਅੱਜ ਕਕਾਰ ਪਾਏ ਆ, ਫਿਰ ਵੀ ਬਲਾਤਕਾਰ ਕੀਤੇ ਜਾ ਰਹੇ ਆ, ਫਿਰ ਵੀ ਚੋਰੀਆਂ, ਠੱਗੀਆਂ, ਬੇਈਮਾਨੀਆਂ ਕੀਤੀਆਂ ਜਾ ਰਹੀਆਂ। ਉਹਦਾ ਕਾਰਨ ਪਤਾ ਕੀ ਆ? ਅਸੀਂ ਕੇਵਲ ਤਨ ਨੂੰ ਜਿਹੜਾ ਵਾ ਉਹ ਅੰਮ੍ਰਿਤਧਾਰੀ ਬਣਾ ਲਿਆ, ਮਨ ਨਾ ਬਣਾ ਪਾਏ। ਇੱਕ ਸ਼ਬਦ ਆ ਜੀ ਗੁਰੂ ਨਾਨਕ ਸਾਹਿਬ ਜੀ ਦਾ, ਉਹ 'ਚ ਗੁਰੂ ਸਾਹਿਬ ਬ੍ਰਾਹਮਣ ਨਾਲ ਗੱਲ ਕਰਦੇ ਆ, ਕਹਿਣ ਲੱਗੇ ਵੀ ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਢੈਗ ਦਿਵਾਲ ਕਾਹੇ ਗੱਚ ਲਾਵੋ। ਗੁਰੂ ਸਾਹਿਬ ਉਹਨੂੰ ਗੱਲ ਸਮਝਾਉਂਦੇ ਵੀ ਸਾਲ ਗ੍ਰਾਮ ਬਿਪ ਪੂਜ ਮਨਾਵੋ, ਸੋਕਰੇ ਤੁਲਸੀ ਮਾਲਾ ਰਾਮ ਨਾਮ ਜਪ ਬੇੜਾ ਬੰਧੋ, ਦਇਆ ਕਰੋ ਦਇਆਲਾ, ਕਾਹੇ ਕਲਰਾ ਸਿੰਚੋ ਜਨਮ ਗਵਾਵੋ। ਕਹਿੰਦੇ ਪੰਡਤ ਮੈਨੂੰ ਦੱਸ, ਹੇ ਬ੍ਰਾਹਮਣ, ਹੁਣ ਇਹ ਗੱਲ ਇਕੱਲੀ ਪੰਡਤ ਵਾਸਤੇ ਨਹੀਂ ਆ, ਬ੍ਰਾਹਮਣ ਵਾਸਤੇ ਨਹੀਂ ਆ, ਪ੍ਰਚਾਰਕ ਵਾਸਤੇ ਵੀ ਆ, ਰਾਗੀ ਵਾਸਤੇ ਵੀ ਆ, ਗ੍ਰੰਥੀ ਵਾਸਤੇ ਵੀ ਆ, ਕਿ ਹੇ ਭਾਈ, ਕਲਰ ਦੀ ਪੈਲੀ ਵਿੱਚ ਪਾਣੀ ਦੇਣ ਦਾ ਤੇ ਬੀਜ ਪਾਉਣ ਦਾ ਕੋਈ ਲਾਭ ਹੈਗਾ? ਕਲਰਾਠੀ ਪੈਲੀ 'ਚ ਤੁਸੀਂ ਪਾਣੀ ਪਾਈ ਜਾਓ, ਬੀਜ ਪਾ ਦਿਓ, ਵਿਅਰਥ, ਵੇਸਟ, ਕੋਈ ਕਿਸੇ ਕੰਮ ਨਹੀਂ ਆਉਣਾ। ਕਹਿੰਦੇ ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਢੈਗ ਦੀਵਾਲ ਕਾਹੇ ਗੱਚ ਲਾਵੋ। ਕਹਿੰਦੇ ਕੰਧ ਹੋਵੇ ਕੱਚੀ ਤੇ ਉਹ ਜਾਵੇ ਢਹਿ, ਤੇ ਬਾਹਰੋਂ ਆਪਾਂ ਸੀਮੈਂਟ ਦਾ ਪਲਸਤਰ ਕਰ ਸਕਦੇ? ਸੁਭਾਵਕ ਨਹੀਂ ਕਰ, ਕਿਉਂਕਿ ਜਿਹੜੀ ਚੀਜ਼ ਜਿਹਦੀ ਬਣੀ ਆ ਨਾ ਉਹਦੇ ਨਾਲ ਉਹਦੀ ਰਿਪੇਅਰ ਹੁੰਦੀ। ਜੇ ਮਿੱਟੀ ਦੀ ਕੰਧ ਆ ਤੇ ਪਿੰਡਾਂ 'ਚ ਤੁਸੀਂ ਵੇਖਿਆ ਕੰਧਾਂ ਮਿੱਟੀ ਦੀਆਂ ਹੁੰਦੀਆਂ, ਰਿਪੇਅਰ ਵੀ ਮਿੱਟੀ ਨਾਲ ਹੀ ਹੁੰਦੀ ਆ। ਜੇ ਸੀਮੈਂਟ ਦੀ ਕੰਧ ਆ ਤੇ ਰਿਪੇਅਰ ਵੀ ਸੀਮੈਂਟ ਨਾਲ ਹੋਣੀ ਆ। ਹੁਣ ਲੋਹੇ ਦੀ ਚੀਜ਼ ਜਿਹੜੀ ਰਿਪੇਅਰ ਵੀ ਲੋਹੇ ਨਾਲ ਹੀ ਕੀਤੀ ਜਾਣੀ ਆ। ਹੁਣ ਕੱਪੜਾ ਵਾ, ਕੱਪੜੇ ਨੂੰ ਤੁਸੀਂ ਲੋਹੇ ਨਾਲ ਥੋੜ੍ਹਾ ਰਿਪੇਅਰ ਕਰ ਸਕਦੇ ਹੋ। ਜਿਹੜੀ ਚੀਜ਼ ਜਿਸ ਧਾਤ ਨਾਲ ਬਣੀ ਉਹਦੇ ਨਾਲ ਉਹਦੀ ਰਿਪੇਅਰ ਹੋਣੀ ਆ। ਕਹਿੰਦੇ ਕੰਧ ਕੱਚੀ ਮਿੱਟੀ ਦੀ ਆ ਤੇ ਰਿਪੇਅਰ ਕਰ ਰਿਹਾ ਤੂੰ ਗੱਚ ਨਾਲ, ਚੂਨੇ ਨਾਲ, ਭਾਵ ਅੰਦਰ ਦਾ ਜੀਵਨ ਤੇਰਾ ਕੱਚਾ ਵਾ, ਅੰਦਰ ਤੇਰੇ ਵਿਕਾਰਾਂ ਦਾ ਕਲਰ ਡਿੱਗ ਰਿਹਾ। ਬਾਹਰੋਂ ਤੂੰ ਚਿੰਨ੍ਹ ਧਾਰਨ ਕਰਕੇ ਨਾ, ਬਾਹਰੋਂ ਗੱਚ ਲਾ ਕੇ, ਸੀਮੈਂਟ ਲਾ ਕੇ, ਪਲਸਤਰ ਲਾ ਕੇ ਲੋਕਾਂ ਦੇ ਪ੍ਰਭਾਵ ਪਾ ਰਿਹਾ ਕਿ ਮੇਰਾ ਜੀਵਨ ਪੱਕਾ ਵਾ, ਪਰ ਅਸਲ ਵਿੱਚ ਬਾਹਰੋਂ ਪੱਕਾ ਲੱਗਦਾ ਵਾ, ਅੰਦਰੋਂ ਤਾਂ 24 ਘੰਟੇ ਜਿਵੇਂ ਕਲਰ ਕੰਧ ਨਾਲ ਡਿੱਗ ਡਿੱਗ ਕੇ ਥੱਲੇ ਢੇਰ ਲੱਗ ਜਾਂਦੇ। ਤੇਰੇ ਅੰਦਰੋਂ ਕਾਮ ਦਾ, ਕ੍ਰੋਧ ਦਾ, ਈਰਖਾ ਦਾ, ਜੈਲਸੀ ਦਾ ਕਲਰ 24 ਘੰਟੇ ਡਿੱਗੀ ਜਾਂਦਾ। ਇਹ ਲੋਕ ਜ਼ਿਆਦਾ ਖਤਰਨਾਕ ਸਾਡੇ ਵਾਸਤੇ, ਕਿਉਂਕਿ ਇਹ ਆਪਣੇ ਆਪ ਨੂੰ ਖੰਡੇ ਦੀ ਪਹੁ ਲੈਣ ਦਾ ਦਾਅਵਾ ਵੀ ਕਰਦੇ ਆ ਤੇ ਡੇਰਿਆਂ ਦੇ ਉੱਤੇ ਜਾ ਕੇ ਮੱਥੇ ਵੀ ਟੇਕਦੇ ਆ। ਅਖੀਰ 'ਚ ਤੁਹਾਡਾ ਕੀ ਸੁਨੇਹਾ ਸਾਡੇ ਅੱਜ ਸੁਣ ਰਹੇ ਲੋਕਾਂ ਲਈ, ਖਾਸ ਤੌਰ ਦੇ ਉੱਤੇ ਸਿੱਖ ਭਾਈਚਾਰੇ ਲਈ? ਸਭ ਤੋਂ ਪਹਿਲੀ ਗੱਲ ਇਹ ਹੈ ਕਿ ਆਪਾਂ ਬੰਦਿਆਂ ਦੇ ਸਿੱਖ ਨਾ ਬਣੀਏ। ਸੁਨੇਹਾ ਮੈਂ ਇਹ ਦੇਣਾ ਚਾਹਾਂਗਾ ਜੀ, ਜਿਹੜੀ ਗੱਲ ਭਾਈ ਗੁਰਦਾਸ ਜੀ ਨੇ ਕਹੀ ਵੀ ਸਤਿਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਕਿੰਨਾ ਲੰਬਾ ਸਮਾਂ ਲਾ ਕੇ ਗੁਰੂ ਪਾਤਸ਼ਾਹ ਨੇ ਬੱਚੇ ਵਾਰ ਕੇ ਸਾਨੂੰ ਇੱਕ ਗ੍ਰੰਥ ਦੇ ਲੜ ਲਾਇਆ। ਅੱਜ ਅਸੀਂ ਥਾਂ ਥਾਂ 'ਤੇ ਮੱਥੇ ਟੇਕ ਰਹੇ ਹਾਂ। ਮੈਂ ਹੈਰਾਨ ਸੀ ਕਿ ਜਦੋਂ ਮੈਂ ਪੰਜਾਬ ਵਿੱਚ ਇਕੱਲਾ ਵਿਚਰਦਾ ਸੀ ਨਾ, ਉਦੋਂ ਮੈਂ ਇਹ ਸੋਚਦਾ ਹੁੰਦਾ ਸੀ ਕਿ ਜਿਹੜੇ ਪੰਜਾਬ ਤੋਂ ਬਾਹਰ ਵਾਸਦੇ ਸਿੱਖ ਨੇ ਨਾ, ਉਹ ਕਮ ਸੇ ਕਮ ਇਸ ਬਿਮਾਰੀ ਤੋਂ ਬਚੇ ਜਿਹੜੀ ਬਿਮਾਰੀ ਸਾਨੂੰ ਪੰਜਾਬ ਵਾਲਿਆਂ ਨੂੰ ਚਿੰਬੜੀ ਆ। ਪਰ ਜਿਉਂ-ਜਿਉਂ ਮੈਂ ਵੱਖ-ਵੱਖ ਕੰਟਰੀਆਂ 'ਚ ਗਿਆ, ਉੱਥੇ ਪਤਾ ਲੱਗਾ ਵੀ ਨਹੀਂ, ਇਹ ਬਿਮਾਰੀ ਜਿੱਥੇ-ਜਿੱਥੇ ਸਾਡਾ ਪੰਜਾਬੀ ਵਸਿਆ ਨਾ, ਇਹ ਨਾਲ ਹੀ ਲੈ ਕੇ ਆਇਆ। ਕਿਉਂਕਿ ਇਹ ਅੰਦਰ ਵੜੀ ਹੈ ਨਾ ਬਿਮਾਰੀ, ਵੀ ਉਹ ਸਾਨੂੰ ਪਾਸਪੋਰਟ ਵੀਜ਼ਾ ਦੇ ਦਿੰਦੇ ਉੱਥੋਂ, ਪਰ ਉਹ ਅੰਦਰ ਸਕੈਨ ਕਰਕੇ ਸਾਨੂੰ ਨਾ ਘੱਲਦੇ ਵੀ ਸਾਡੀਆਂ ਬਿਮਾਰੀਆਂ ਉੱਥੇ ਏਅਰਪੋਰਟ 'ਤੇ ਰੱਖ ਲੈਂਦੇ ਹੁਣ। ਉਹ ਨਾਲ ਹੀ ਅਸੀਂ ਲੈ ਕੇ ਆਏ, ਡੇਰੇ, ਧਾਗੇ, ਤਵੀਤ, ਪੁੰਨਿਆ, ਮੱਸਿਆ, ਸੰਗਰਾਂਦਾਂ, ਇਹ ਸਭ ਕੁਝ ਅਸੀਂ ਨਾਲ ਹੀ ਚੁੱਕ ਕੇ ਲਿਆਏ ਹਾਂ। ਜਾਦੂ ਟੂਣੇ, ਮੁੱਕਦੀ ਗੱਲ ਆਣ ਕੇ ਸਾਰੀਆਂ ਬਿਮਾਰੀਆਂ ਸਾਡੇ ਗਲੋਂ ਤਾਂ ਲੈਣੀਆਂ ਜੇ ਅਸੀਂ ਆਪ ਗੁਰਬਾਣੀ ਪੜ੍ਹੀਏ, ਘਰਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਓ, ਸਾਹਿਤ ਚੰਗਾ ਪੜ੍ਹੀਏ, ਚੰਗੀ ਸੋਚ ਹੋਏਗੀ। ਵੇਖੋ ਪਿੰਡਾਂ ਵਿੱਚ ਵੇਖਿਆ ਜਾਂਦਾ ਸੀ ਛੱਪੜ ਹੁੰਦਾ ਸੀ, ਛੱਪੜ ਖੂਹਾਂ ਦੇ ਪਾਣੀ ਨੂੰ ਸਾਫ਼ ਕਰਨ ਲਈ ਲਾਲ ਦਵਾਈਆਂ ਪਾਉਣੀਆਂ ਪੈਂਦੀਆਂ, ਪਰ ਜਿਹੜਾ ਦਰਿਆ ਹੁੰਦਾ ਨਾ, ਉਹਨੂੰ ਕਦੀ ਵੀ ਸਾਫ਼ ਕਰਨ ਦੀ ਲੋੜ ਨਹੀਂ ਪੈਂਦੀ। ਦਰਿਆ ਕਿਉਂਕਿ ਚੱਲਦਾ ਪਾਣੀ, ਉਹਦੇ 'ਚ ਲਾਸ਼ਾਂ ਵੀ ਰੁੜੀਆਂ ਆਉਂਦੀਆਂ, ਉਹਦੇ ਵਿੱਚ ਪਸ਼ੂ ਮਰੇ ਵੀ ਰੁੜੇ ਆਉਂਦੇ, ਉਹ 'ਚ ਡੰਗਰ ਚਾਰਨ ਵਾਲੇ, ਪਸ਼ੂ ਚਾਰਨ ਵਾਲੇ ਵਾਗੀ ਪਾਣੀ ਵੀ ਪੀਂਦੇ ਆ। ਤੇ ਖਲੋਤੇ ਪਾਣੀ ਨੂੰ ਸਾਫ਼ ਕਿਉਂ ਕਰਨਾ ਪੈਂਦਾ? ਕਿਉਂਕਿ ਉਹ ਮੁਸ਼ਕ ਮਾਰ ਜਾਂਦਾ, ਖਲੋਤਾ ਸੜਿਆਂਤ ਮਾਰਦਾ। ਇਸ ਤਰ੍ਹਾਂ ਵਿਚਾਰ ਨੇ, ਜਿਨ੍ਹਾਂ ਦੇ ਵਿਚਾਰ ਰੁਕ ਜਾਂਦੇ ਨੇ, ਬਦਬੂ ਆਉਣ ਲੱਗ ਪੈਂਦੀ ਉਹਦੇ ਜੀਵਨ 'ਚੋਂ,
ਵਿਚਾਰ ਤੁਰਦੇ ਰਹਿਣੇ ਚਾਹੀਦੇ, ਨਵੇਂ ਤੋਂ ਨਵੇਂ ਖਿਆਲ ਆਉਣ। ਨਵੇਂ ਖਿਆਲ ਤਾਂ ਆਉਣਗੇ ਜੇ ਅਸੀਂ ਸਾਹਿਤ ਪੜ੍ਹਾਂਗੇ, ਵਿਚਾਰ ਕਰਾਂਗੇ। ਸਾਹਿਬ ਮੇਰਾ ਨੀਤ ਨਵਾਂ, ਰੋਜ਼ ਗੁਰਬਾਣੀ ਪੜ੍ਹੋ, ਰੋਜ਼ ਸਟੱਡੀ ਕਰੋ, ਰੋਜ਼ ਆਪਣੇ ਆਪ ਨੂੰ ਅਪਡੇਟ ਕਰੋ। ਜ਼ਮਾਨੇ ਦੇ ਨਾਲ ਚੱਲਣਾ ਪਊਗਾ। ਅਸੀਂ ਪਹੁੰਚ ਗਏ 21ਵੀਂ ਸਦੀ 'ਚ ਅਤੇ ਸੋਚ ਅਸੀਂ ਅਜੇ ਆਪਣੀ ਪਿਛਲੀ ਲੈ ਕੇ ਬੈਠੇ ਹਾਂ, ਅਤੇ ਤਾਂ ਹੀ ਸਾਡੇ ਬੱਚੇ ਨਾਲ ਰਲ ਨਹੀਂ ਪਾ ਰਹੇ। ਤਾਂ ਹੀ ਵੇਖਿਆ ਤੁਸੀਂ ਗੁਰਦੁਆਰਿਆਂ 'ਚ ਬਜ਼ੁਰਗਾਂ ਦੀ ਮਜਬੂਰੀ ਆ, ਉਹ 10 ਮਿੰਟ ਜਾ ਕੇ ਗੁਰਦੁਆਰੇ ਸਮਾਂ ਪਾਸ ਕਰਦੇ ਆ, ਬੱਚੇ ਨਹੀਂ ਬਏ, ਕਿਉਂਕਿ ਉਹਦੇ ਪਿੱਛੇ ਕਾਰਨ ਸੀ ਕਿ ਬੱਚਿਆਂ ਨੂੰ ਅਸੀਂ ਗੁਰਬਾਣੀ ਦੀ ਵਿਚਾਰ ਨਾ ਦੱਸ ਪਾਏ। ਪਰ ਜਿਉਂ-ਜਿਉਂ ਹੁਣ ਵਿਚਾਰ ਗੁਰਬਾਣੀ ਦਾ ਸਮਝ ਆ ਰਹੀ ਆ, ਨੌਜਵਾਨਾਂ ਅੰਦਰ ਜੋਸ਼ ਵਾ ਕੇ ਉਹ ਸਿੱਖੀ ਦੀ ਵਿਚਾਰ ਨੂੰ ਸਮਝਣ ਲਈ ਤਿਆਰ ਵਾ। ਅਤੇ ਮੈਂ ਇਸ ਖਾਲਸੇ ਦੇ ਸਾਜਨਾ ਦਿਵਸ 'ਤੇ ਸਮੁੱਚੀ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਆਪਾਂ ਭੇਖੀਆਂ ਤੋਂ, ਵਹਿਮੀਆਂ ਤੋਂ, ਤੇ ਇਹ ਨਾ ਹੋਵੇ ਕਿਤੇ ਕਿ ਬਾਹਰੋਂ ਅਸੀਂ ਸ਼ੇਰ ਦੀ ਖੱਲ ਆਪਣੇ ਤੇ ਪਾ ਲਈਏ ਅਤੇ ਅੰਦਰੋਂ ਗਧਿਆਂ ਵਾਲੇ ਕੰਮ ਕਰੀਏ। ਅੰਦਰੋਂ ਵੀ ਅਸੀਂ ਸ਼ੇਰ ਬਣੀਏ, ਅਤੇ ਉਹ ਸ਼ੇਰ ਤਾਂ ਬਣ ਸਕਦੇ ਆ ਜੇ ਸਾਡੇ ਵਿੱਚ ਗੁਰਬਾਣੀ ਦੇ ਗੁਣ ਜਿਹੜੇ ਜੀਵਨ ਦੇ ਵਿੱਚ ਆ ਸਕਣ। ਸਭ ਬਹੁਤ ਬਹੁਤ ਮਿਹਰਬਾਨੀ, ਤੁਸੀਂ ਹਮੇਸ਼ਾ ਹੀ ਬਹੁਤ ਵਧੀਆ ਗੱਲਾਂ ਦੱਸ ਕੇ ਜਾਂਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। तेरियां कहानियां तेरा जस गाया दाता पर बता कहानियां देख दे दलाले बाबा तेरियां कहानियां तेरा जस गाया दाता पर बता कहानियां देख दे दलाले। तेरा जस गाया